ਮੇਰਾ ਕੀ ਕਸੂਰ ਸੀ ਕਿ ਅੱਜ ਮੈਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਅਸਲੀਅਤ ਇਹ ਸੀ ਕਿ ਮੈਂ ਇੱਕ ਕੁੜੀ ਨੂੰ ਬਹੁਤ ਸੱਚਾ ਪਿਆਰ ਕਰਦਾ ਸੀ ਅਤੇ ਮੈਂ ਆਪਣੇ ਅਤੇ ਰੇਖਾ ਦੇ ਰਿਸ਼ਤੇ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਦੱਸਿਆ। ਪਹਿਲਾਂ ਤਾਂ ਮੇਰੇ ਪਰਿਵਾਰ ਵਾਲੇ ਮੇਰਾ ਵਿਆਹ ਰੇਖਾ ਨਾਲ ਕਰਨ ਲਈ ਤਿਆਰ ਨਹੀਂ ਸਨ, ਪਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੇ ਵੀ ਹਾਂ ਕਰ ਦਿੱਤੀ। ਮੈਂ ਬਹੁਤ ਖੁਸ਼ ਸੀ, ਪਰ ਅਚਾਨਕ ਮੇਰੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੋ ਗਿਆ ਕਿ ਸਭ ਕੁਝ ਬਰਬਾਦ ਹੋ ਗਿਆ। ਇੱਕ ਦਿਨ ਮੈਂ ਵਿਆਹ ਤੇ ਗਿਆ। ਉਹ ਵਿਆਹ ਮੇਰੇ ਦੋਸਤ ਦੀ ਭੈਣ ਦਾ ਸੀ। 6 ਮਹੀਨੇ ਪਹਿਲਾਂ ਮੇਰੇ ਦੋਸਤ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉੱਥੇ ਸਿਰਫ ਉਸ ਦੀ ਮਾਂ ਅਤੇ ਉਸ ਦੀ ਭੈਣ ਸੀ, ਕਿਉਂਕਿ ਘਰ ਵਿੱਚ ਹੋਰ ਕੋਈ ਨਹੀਂ ਸੀ। ਨੇਹਾ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ। ਨੇਹਾ ਦੁਲਹਨ ਬਣੀ ਬੈਠੀ ਸੀ। ਅਸੀਂ ਸਾਰੇ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ। ਰਾਤ ਗਹਿਰੀ ਹੁੰਦੀ ਜਾ ਰਹੀ ਸੀ, ਪਰ ਬਰਾਤ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਸੋਮਾ ਆਂਟੀ ਜੀ ਦੀ ਬੇਚੈਨੀ ਹੌਲੀ ਹੌਲੀ ਵਧਣ ਲੱਗੀ। ਪਰਿਵਾਰ ਵਾਲਿਆਂ ਨੂੰ ਫੋਨ ਕੀਤਾ, ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ। ਦੇਰ ਰਾਤ ਹੋ ਗਈ ਸੀ, ਪਰ ਬਰਾਤ ਬੂਹੇ ਤੱਕ ਨਹੀਂ ਆਈ। ਨੇਹਾ ਦੀ ਮਾਂ ਸੋਮਾ ਬਰਾਤ ਨਾ ਆਉਣ ਕਾਰਨ ਘਬਰਾ ਰਹੀ ਸੀ। ਰਾਤ ਜ਼ਿਆਦਾ ਹੁੰਦੀ ਜਾ ਰਹੀ ਸੀ, ਪਰ ਬਰਾਤ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਸੀ। ਸੋਮਾ ਦੀ ਬੇਚੈਨੀ ਹੌਲੀ ਹੌਲੀ ਵੱਧ ਰਹੀ ਸੀ। ਮੈਨੂੰ ਵੀ ਇਹ ਸਭ ਦੇਖ ਘਬਰਾਹਟ ਹੋਣ ਲੱਗੀ, ਕਿਉਂਕਿ ਸਾਰੇ ਵਿਆਹ ਦੀ ਜ਼ਿੰਮੇਵਾਰੀ ਮੇਰੇ ਤੇ ਸੀ। ਮੈਂ ਲੜਕੇ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਨੇ ਫੋਨ ਨਾ ਚੱਕਿਆ। ਕਾਫੀ ਰਾਤ ਹੋ ਗਈ, ਪਰ ਬਰਾਤ ਦਰਵਾਜ਼ੇ ਤੇ ਨਹੀਂ ਆਈ। ਨੇਹਾ ਤੇ ਸੋਮਾ ਦਾ ਰੋ ਰੋ ਬੁਰਾ ਹਾਲ ਹੋਣ ਲੱਗਿਆ। ਘਰ ਦੇ ਸਾਰੇ ਮਹਿਮਾਨ ਵੀ ਪਰੇਸ਼ਾਨ ਸੀ। ਆਖਿਰਕਾਰ ਬਰਾਤ ਆਉਣ ਵਿੱਚ ਇੰਨੀ ਦੇਰ ਕਿਉਂ ਲੱਗ ਰਹੀ ਸੀ। ਮੈਂ ਵੀ ਬਾਹਰ ਦੇ ਦਰਵਾਜ਼ੇ ਤੇ ਬੈਠਾ ਬਰਾਤ ਨਾ ਆਉਣ ਦੀ ਵਜ੍ਹਾ ਕਾਰਨ ਪਰੇਸ਼ਾਨ ਸੀ। ਤੇ ਕੁਝ ਦੇਰ ਬਾਅਦ ਮੇਰੇ ਫੋਨ ਤੇ ਲੜਕੇ ਦੇ ਪਿਤਾ ਦਾ ਫੋਨ ਆਇਆ। ਉਹਨਾਂ ਮੈਨੂੰ ਕਿਹਾ, ਬੇਟਾ ਰਵੀ ਮਾਫ ਕਰ ਦੇਣਾ, ਮੇਰਾ ਬੇਟਾ ਮੌਕੇ ਤੇ ਹੀ ਨੇਹਾ ਨਾਲ ਵਿਆਹ ਕਰਨ ਤੋਂ ਮਨਾ ਕਰ ਗਿਆ। ਮੈਂ ਲੜਕੇ ਦੇ ਪਿਤਾ ਤੋਂ ਵਿਆਹ ਨਾ ਕਰਨ ਦਾ ਕਾਰਨ ਪੁੱਛਿਆ, ਪਰ ਉਸਨੇ ਕੁਝ ਨਾ ਦੱਸਿਆ। ਬਸ ਇਹ ਕਹਿ ਕੱਟ ਦਿੱਤਾ, ਮਾਫ ਕਰਨਾ। ਮੈਂ ਨੇਹਾ ਦੀ ਮਾਂ ਸੋਮਾ ਜੀ ਨੂੰ ਬੁਲਾ ਸਾਰੀ ਗੱਲ ਦੱਸ ਦਿੱਤੀ। ਉਸ ਦਾ ਰੋ ਰੋ ਬੁਰਾ ਹਾਲ ਸੀ। ਹੋਰ ਉਹ ਕਰਦੀ ਵੀ ਕੀ। ਵਿਆਹ ਵਿੱਚ ਜਿੰਨੇ ਲੋਕ ਆਏ ਸੀ ਸਭ ਪਰੇਸ਼ਾਨ ਸੀ। ਕੁਝ ਦੇਰ ਬਾਅਦ ਨੇਹਾ ਦੀ ਮਾਂ ਸੋਮਾ ਮੇਰੇ ਕੋਲ ਆਈ ਤੇ ਮੇਰੇ ਪੈਰਾਂ ਤੇ ਡਿੱਗ ਕੇ ਰੋਣ ਲੱਗੀ। ਮੈਂ ਘਬਰਾ ਕੇ ਉਹਨਾਂ ਨੂੰ ਉਠਾਇਆ ਤੇ ਚੁੱਪ ਕਰਵਾਉਣ ਲੱਗਿਆ। ਉਹ ਹੱਥ ਜੋੜ ਮੈਨੂੰ ਕਹਿਣ ਲੱਗੀ, ਬੇਟਾ ਮੇਰੀ ਇੱਜ਼ਤ ਬਚਾ ਲਓ। ਜੇਕਰ ਅੱਜ ਨੇਹਾ ਦਾ ਵਿਆਹ ਨਾ ਹੋਇਆ ਤਾਂ ਕੀ ਹੋਵੇਗਾ। ਅਸੀਂ ਕਿਤੋਂ ਦੇ ਨਹੀਂ ਰਹਾਂਗੇ। ਇੰਨੀ ਸਾਰੀਆਂ ਤਿਆਰੀਆਂ ਤੇ ਮੇਰੀ ਧੀ ਨੇਹਾ ਦੇ ਸੁਪਨੇ ਸਭ ਟੁੱਟ ਜਾਣਗੇ। ਉਹ ਪੂਰੀ ਤਰ੍ਹਾਂ ਟੁੱਟ ਜਾਵੇਗੀ ਤੇ ਕੁਝ ਕਰ ਨਾ ਬਹੇ। ਇਸ ਲਈ ਬੇਟਾ ਤੂੰ ਨੇਹਾ ਨਾਲ ਵਿਆਹ ਕਰ ਲੈ। ਅੱਜ ਸਾਡੀ ਇੱਜ਼ਤ ਬਚਾ ਲੈ। ਮੈਂ ਨੇਹਾ ਦੀ ਮਾਂ ਦੀ ਇਹ ਗੱਲ ਸੁਣ ਕੇ ਸੁੰਨ ਹੋ ਗਿਆ ਤੇ ਉਹਨਾਂ ਨੂੰ ਕਹਿਣ ਲੱਗਿਆ, ਮਾਂ ਜੀ ਇਹ ਕਿਵੇਂ ਹੋ ਸਕਦਾ। ਨੇਹਾ ਮੇਰੇ ਦੋਸਤ ਦੀ ਭੈਣ ਹੈ ਤੇ ਮੈਂ ਨੇਹਾ ਨੂੰ ਆਪਣੀ ਭੈਣ ਦੀ ਤਰ੍ਹਾਂ ਮੰਨਦਾ ਹਾਂ। ਮੈਂ ਉਸ ਨਾਲ ਵਿਆਹ ਕਿਵੇਂ ਕਰਵਾ ਸਕਦਾ। ਆਂਟੀ ਨੇ ਕਿਹਾ, ਬੇਟਾ ਤੂੰ ਉਸ ਨੂੰ ਭੈਣ ਮੰਨਦਾ ਹੈ, ਪਰ ਉਹ ਤੇਰੀ ਸਗੀ ਭੈਣ ਤਾਂ ਨਹੀਂ ਹੈ। ਅੱਜ ਇੱਕ ਮਾਂ ਦੀ ਤੜਫ ਸੁਣ ਲੈ। ਬੇਟਾ ਤੂੰ ਨੇਹਾ ਨਾਲ ਵਿਆਹ ਕਰਨ ਲਈ ਮੰਨ ਜਾ। ਨੇਹਾ ਦੀ ਮਾਂ ਮੇਰੇ ਅੱਗੇ ਆਪਣੀ ਇੱਜ਼ਤ ਦੀ ਦੁਹਾਈ ਮੰਗ ਮੇਰੇ ਪੈਰਾਂ ਤੇ ਡਿੱਗ ਭੀਖ ਮੰਗ ਰਹੀ ਸੀ। ਮੇਰੀ ਜਗ੍ਹਾ ਕੋਈ ਵੀ ਹੁੰਦਾ ਤਾਂ ਉਸ ਦਾ ਦਿਲ ਵੀ ਪਿਘਲ ਜਾਂਦਾ। ਮੈਂ ਉਹਨਾਂ ਨੂੰ ਚੁੱਪ ਕਰਵਾਇਆ ਤੇ ਕਿਹਾ, ਮੈਂ ਆਪਣੇ ਘਰ ਵਾਲਿਆਂ ਨੂੰ ਕੀ ਜਵਾਬ ਦੇਵਾਂਗਾ। ਆਂਟੀ ਨੇ ਮੇਰੇ ਅੱਗੇ ਇੱਕ ਵਾਰ ਫੇਰ ਹੱਥ ਜੋੜਦੇ ਹੋਏ ਕਿਹਾ ਕਿ ਤੁਸੀਂ ਆਪਣੇ ਘਰ ਵਾਲਿਆਂ ਦੀ ਚਿੰਤਾ ਨਾ ਕਰੋ, ਉਹਨਾਂ ਨੂੰ ਮੈਂ ਮਨਾ ਲਵਾਂਗੀ ਤੇ ਤੁਸੀਂ ਮੇਰੀ ਧੀ ਨਾਲ ਵਿਆਹ ਕਰਾ ਕੇ ਕੋਈ ਗੁਨਾਹ ਨਹੀਂ ਕਰ ਰਹੇ, ਇੱਕ ਅੱਛਾ ਹੀ ਕੰਮ ਕਰ ਰਹੇ ਹੋ। ਹੌਲੀ ਹੌਲੀ ਸਭ ਮੰਨ ਜਾਣਗੇ। ਬਸ ਤੁਸੀਂ ਹਾਂ ਕਰ ਦਿਓ, ਸਭ ਕੁਝ ਸਮੇਂ ਦੇ ਨਾਲ ਸਹੀ ਹੋ ਜਾਵੇਗਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਮੈਂ ਉਲਝਣ ਵਿੱਚ ਫਸਿਆ ਹੋਇਆ ਸੀ। ਇੱਕ ਪਾਸੇ ਰੇਖਾ ਸੀ ਜੋ ਮੇਰਾ ਸੱਚਾ ਪਿਆਰ ਸੀ, ਜਿਹਨੂੰ ਮੈਂ ਦਿਲੋਂ ਤੇ ਸੱਚਾ ਪਿਆਰ ਕਰਦਾ ਸੀ, ਤੇ ਦੂਜੇ ਪਾਸੇ ਨੇਹਾ ਸੀ ਜੋ ਅੱਜ ਦੁਲਹਨ ਬਣ ਬੈਠੀ ਹੋਈ ਸੀ। ਮੈਂ ਕਿਸ ਬਾਰੇ ਸੋਚਾਂ ਮੈਨੂੰ ਸਮਝ ਨਹੀਂ ਆ ਰਹੀ ਸੀ। ਤੇ ਨੇਹਾ ਦੀ ਮਾਂ ਰੋ ਕੇ ਮੇਰੇ ਸਾਹਮਣੇ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ। ਉਹ ਰੋ ਰੋ ਕਹਿ ਰਹੀ ਸੀ, ਬੇਟਾ ਜੇਕਰ ਨੇਹਾ ਦਾ ਵਿਆਹ ਅੱਜ ਨਾ ਹੋਇਆ ਤਾਂ ਕੱਲ ਨੂੰ ਕੋਈ ਵੀ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਵੇਗਾ। ਸਾਰੇ ਇਹ ਸੋਚਣਗੇ ਕਿ ਲੜਕੀ ਵਿੱਚ ਕੋਈ ਕਮੀ ਸੀ ਜਿਸ ਕਰਕੇ ਬਰਾਤ ਨਹੀਂ ਆਈ। ਪਰ ਮੈਂ ਮਜਬੂਰ ਸੀ। ਮੈਂ ਕਰਦਾ ਵੀ ਤਾਂ ਕੀ ਕਰਦਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ।
ਆਖਿਰਕਾਰ ਮੈਂ ਕਰਾਂ ਤਾਂ ਕੀ ਕਰਾਂ। ਮੈਂ ਬਹੁਤ ਸਮਾਂ ਸੋਚਿਆ ਅਤੇ ਬਹੁਤ ਕੁਝ ਸੋਚਣ ਤੋਂ ਬਾਅਦ ਮੈਂ ਨੇਹਾ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ। ਪਰ ਮੈਂ ਬਹੁਤ ਦੁਖੀ ਸੀ। ਨੇਹਾ ਨਾਲ ਵਿਆਹ ਕਰਨਾ ਮੇਰੀ ਬਸ ਮਜਬੂਰੀ ਸੀ। ਮੂਰਤ ਦਾ ਸਮਾਂ ਨਿਕਲਾ ਜਾ ਰਿਹਾ ਸੀ, ਇਸ ਲਈ ਮੈਂ ਲਾੜਾਬੰਨ ਮੰਡਪ ਵਿੱਚ ਬੈਠ ਗਿਆ। ਕੁਝ ਦੇਰ ਬਾਅਦ ਮੇਰਾ ਅਤੇ ਨੇਹਾ ਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਮੈਂ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਤੇ ਫੋਨ ਕਰਕੇ ਉਹਨਾਂ ਨੂੰ ਨੇਹਾ ਦੇ ਘਰ ਬੁਲਾ ਲਿਆ। ਮੇਰਾ ਪਿਤਾ ਪਿੰਡ ਦਾ ਸਰਪੰਚ ਸੀ ਅਤੇ ਇੱਕ ਵਧੀਆ ਬੰਦਾ ਸੀ। ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਮੈਂ ਇੱਕ ਮਜਬੂਰ ਲੜਕੀ ਦਾ ਸਾਥ ਦੇਣ ਲਈ ਉਸ ਨਾਲ ਵਿਆਹ ਕਰ ਲਿਆ ਹੈ, ਉਹਨਾਂ ਨੂੰ ਜਮਾ ਬੁਰਾ ਨਾ ਲੱਗਿਆ ਅਤੇ ਉਹਨਾਂ ਨੇ ਮੈਨੂੰ ਨੇਹਾ ਨਾਲ ਵਿਆਹ ਕਰਨ ਲਈ ਸ਼ਾਬਾਸ਼ ਦਿੱਤੀ। ਪਰ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ। ਮੇਰੀ ਹਾਲਤ ਬਲੀ ਦੇ ਬੱਕਰੇ ਵਰਗੀ ਸੀ। ਵਿਆਹ ਹੋਣ ਤੋਂ ਬਾਅਦ ਨੇਹਾ ਜਦੋਂ ਮੇਰੇ ਨਾਲ ਮੇਰੇ ਘਰ ਗਈ ਤਾਂ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ। ਮਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਸੀ। ਨੇਹਾ ਇੱਕ ਵਧੀਆ ਲੜਕੀ ਸੀ, ਪਰ ਨੇਹਾ ਕਿੰਨੀ ਵੀ ਚੰਗੀ ਲੜਕੀ ਹੋਵੇ, ਇਸ ਵਿੱਚ ਰੇਖਾ ਦਾ ਕੀ ਕਸੂਰ ਸੀ। ਰੇਖਾ ਵੀ ਇੱਕ ਵਧੀਆ ਲੜਕੀ ਸੀ। ਰੇਖਾ ਨੇ ਮੇਰੇ ਨਾਲ ਜੀਣ ਮਰਨ ਦੀਆਂ ਸੌਹਾਂ ਖਾਧੀਆਂ ਸੀ। ਜਿਵੇਂ ਜਿਵੇਂ ਸ਼ਾਮ ਪੈਂਦੀ ਜਾ ਰਹੀ ਸੀ ਮੇਰੇ ਦਿਲ ਦੀ ਧੜਕਨ ਤੇਜ਼ ਹੁੰਦੀ ਜਾ ਰਹੀ ਸੀ, ਕਿਉਂਕਿ ਮੇਰਾ ਦਿਲ ਨੇਹਾ ਨੂੰ ਪਤਨੀ ਦੇ ਰੂਪ ਵਿੱਚ ਮੰਨਣ ਲਈ ਮੰਨ ਨਹੀਂ ਰਿਹਾ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਘਰ ਵਾਲਿਆਂ ਨੇ ਮੈਨੂੰ ਨੇਹਾ ਦੇ ਰੂਮ ਵਿੱਚ ਭੇਜਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਮੈਂ ਜਾਣ ਲਈ ਤਿਆਰ ਨਹੀਂ ਸੀ। ਮੈਂ ਰੋ ਰਿਹਾ ਸੀ ਤੇ ਆਪਣੀ ਮਾਂ ਨੂੰ ਕਹਿ ਰਿਹਾ ਸੀ, ਮਾਂ ਇਹ ਕੀ ਹੋ ਗਿਆ? ਮੈਂ ਤਾਂ ਰੇਖਾ ਨੂੰ ਪਿਆਰ ਕਰਦਾ ਹਾਂ, ਪਰ ਮੇਰਾ ਵਿਆਹ ਨੇਹਾ ਨਾਲ ਹੋ ਗਿਆ। ਮਾਂ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ, ਬੇਟਾ ਕਿਸਮਤ ਦੀ ਖੇਡ ਨੂੰ ਕੋਈ ਨਹੀਂ ਸਮਝ ਸਕਦਾ। ਨੇਹਾ ਵੀ ਇੱਕ ਵਧੀਆ ਲੜਕੀ ਹੈ, ਉਸ ਨੂੰ ਪਤਨੀ ਦੇ ਰੂਪ ਵਿੱਚ ਸਵੀਕਾਰ ਕਰ ਲਓ। ਪਰ ਮੈਂ ਇਹ ਜਿਹਾ ਕਰਨ ਨੂੰ ਬਿਲਕੁਲ ਵੀ ਤਿਆਰ ਨਹੀਂ ਸੀ। ਪਰ ਜ਼ਬਰਦਸਤੀ ਮੈਨੂੰ ਨੇਹਾ ਦੇ ਕਮਰੇ ਵਿੱਚ ਭੇਜ ਦਿੱਤਾ। ਸ਼ਾਇਦ ਨੇਹਾ ਨੂੰ ਮੇਰੀ ਹਰਕਤ ਦਾ ਅੰਦਾਜ਼ਾ ਵੀ ਹੋ ਗਿਆ ਸੀ ਕਿ ਉਸ ਦਾ ਤੇ ਮੇਰਾ ਵਿਆਹ ਇੱਕ ਮਜਬੂਰੀ ਹੈ, ਔਰ ਕੁਝ ਨਹੀਂ ਹੈ। ਕਮਰੇ ਵਿੱਚ ਗਿਆ ਤਾਂ ਨੇਹਾ ਡਿਸਕ ਡਿਸਕ ਕਰ ਰੋ ਰਹੀ ਸੀ। ਉਸ ਦੇ ਰੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਮੈਂ ਉਸ ਨੂੰ ਕਿਹਾ, ਇਹ ਸਭ ਅੱਜ ਅਚਾਨਕ ਹੋਇਆ, ਤੂੰ ਮੇਰੇ ਤੋਂ ਕਿਸੇ ਪ੍ਰਕਾਰ ਦੀ ਉਮੀਦ ਨਾ ਰੱਖੀ। ਇਹ ਸਭ ਕਹਿ ਮੈਂ ਸਿਰਹਾਣਾ ਚੁੱਕਿਆ ਤੇ ਸੋਫੇ ਤੇ ਜਾ ਕੇ ਸੌਂ ਗਿਆ। ਸਵੇਰ ਹੋਈ, ਮੈਂ ਉੱਠਿਆ ਤੇ ਆਪਣੇ ਦੁੱਖ ਨੂੰ ਘੱਟ ਕਰਨ ਲਈ ਬਾਹਰ ਨਿਕਲ ਗਿਆ। ਥੋੜੀ ਦੇਰ ਬਾਅਦ ਮੈਨੂੰ ਰੇਖਾ ਦਾ ਫੋਨ ਆਇਆ। ਉਹ ਰੋ ਰਹੀ ਸੀ। ਸ਼ਾਇਦ ਉਹਨੂੰ ਕਿਸੇ ਨੇ ਸਾਰੀ ਗੱਲ ਦੱਸ ਦਿੱਤੀ ਸੀ। ਮੈਂ ਰੇਖਾ ਨੂੰ ਸਮਝਾਉਂਦੇ ਹੋਏ ਕਿਹਾ, ਰੇਖਾ ਤੂੰ ਰੋ ਨਾ, ਮੈਂ ਨੇਹਾ ਨੂੰ ਪਤਨੀ ਨਹੀਂ ਮੰਨਦਾ। ਮੈਂ ਉਸ ਨੂੰ ਟੱਚ ਵੀ ਨਹੀਂ ਕੀਤਾ। ਨੇਹਾ ਨਾਲ ਵਿਆਹ ਕਰਨਾ ਮੇਰੀ ਬਸ ਮਜਬੂਰੀ ਸੀ, ਹੋਰ ਕੁਝ ਨਹੀਂ। ਰੇਖਾ ਮੈਨੂੰ ਗੁੱਸੇ ਹੁੰਦੀ ਨੇ ਕਿਹਾ, ਚੁੱਪ ਹੋ ਜਾ, ਤੂੰ ਤਾਂ ਬਸ ਵੱਡੀਆਂ ਵੱਡੀਆਂ ਗੱਲਾਂ ਕਰਨੋਂ ਹੈ, ਹੁੰਦਾ ਤੇਰੇ ਕੋਲੋਂ ਕੁਝ ਵੀ ਨਹੀਂ। ਰੇਖਾ ਨੇ ਕਿਹਾ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ। ਬਸ ਰੇਖਾ ਨੇ ਇਹੀ ਕਿਹਾ ਤੇ ਫੋਨ ਕੱਟ ਦਿੱਤਾ। ਇਸ ਵਿੱਚ ਮੇਰਾ ਕੀ ਕਸੂਰ ਸੀ? ਮੈਂ ਬਹੁਤ ਦੁਖੀ ਸੀ। ਨਾ ਹੀ ਮੈਨੂੰ ਰੇਖਾ ਮਿਲ ਸਕੀ, ਨਾ ਹੀ ਮੈਂ ਨੇਹਾ ਦਾ ਹੋ ਸਕਿਆ। ਬਚਪਨ ਤੋਂ ਹੀ ਉਸ ਨੂੰ ਮੈਂ ਭੈਣ ਦੇ ਰੂਪ ਵਿੱਚ ਦੇਖਿਆ ਸੀ। ਹੁਣ ਮੈਂ ਰੋਜ਼ ਰਾਤ ਨੂੰ ਸੋਫੇ ਤੇ ਸੌਂਦਾ ਤੇ ਸਵੇਰੇ ਉੱਠ ਨਾਸ਼ਤਾ ਕਰ ਬਾਹਰ ਨਿਕਲ ਜਾਂਦਾ। ਮੇਰੀ ਮਾਂ ਮੈਨੂੰ ਹਰ ਰੋਜ਼ ਸਮਝਾਉਂਦੀ ਸੀ ਕਿ ਬੇਟਾ ਨੇਹਾ ਇੱਕ ਵਧੀਆ ਲੜਕੀ ਹੈ, ਤੂੰ ਉਸ ਨੂੰ ਅਪਣਾ ਲੈ। ਪਰ ਮੈਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਕਿਉਂਕਿ ਮੈਨੂੰ ਬਸ ਰੇਖਾ ਹੀ ਚਾਹੀਦੀ ਸੀ, ਹੋਰ ਕੋਈ ਨਹੀਂ। ਹੌਲੀ ਹੌਲੀ ਮੈਂ ਗੁੱਸਾ ਕਰਨ ਲੱਗਿਆ। ਮੇਰਾ ਸੁਭਾਅ ਬਦਲਦਾ ਜਾ ਰਿਹਾ ਸੀ। ਜਦੋਂ ਵੀ ਮੈਂ ਘਰ ਆਉਂਦਾ, ਘਰ ਦੇ ਲੋਕਾਂ ਨਾਲ ਗੁੱਸੇ ਨਾਲ ਗੱਲ ਕਰਦਾ ਸੀ ਤੇ ਸਭ ਤੋਂ ਜ਼ਿਆਦਾ ਗੁੱਸਾ ਨੇਹਾ ਤੇ ਕਰਦਾ। ਉਹ ਵੀ ਵਿਚਾਰੀ ਕਿਸਮਤ ਦੀ ਮਾਰੀ ਸੀ। ਬਚਪਨ ਵਿੱਚ ਪਿਓ ਤੇ ਜਵਾਨੀ ਵਿੱਚ ਭਰਾ ਗੁਜ਼ਰ ਗਿਆ ਸੀ ਤੇ ਵਿਆਹ ਵਿੱਚ ਲਾੜਾ ਨਹੀਂ ਆਇਆ, ਔਰ ਹੁਣ ਵਿਆਹ ਵੀ ਉਸ ਬੰਦੇ ਨਾਲ ਹੋਇਆ ਜੋ ਉਸ ਨੂੰ ਪਤਨੀ ਦਾ ਦਰਜਾ ਨਹੀਂ ਦੇ ਸਕਦਾ ਸੀ। ਮੈਂ ਇੰਨਾ ਗੁੱਸਾ ਕਰਦਾ ਕਿ ਹਰ ਨਿੱਕੀ ਵੱਡੀ ਗੱਲ ਤੇ ਨੇਹਾ ਨੂੰ ਗਾਲਾਂ ਕੱਢ ਦਿੰਦਾ ਰਹਿੰਦਾ ਸੀ। ਉਹ ਵੀ ਇਸ ਰੋਜ਼ ਦੇ ਕੰਜਰਖਾਨੇ ਤੋਂ ਅੱਕ ਚੁੱਕੀ ਸੀ। ਸ਼ਾਇਦ ਉਹ ਅੰਦਰ ਹੀ ਅੰਦਰ ਘੁੱਟ ਰਹੀ ਸੀ। ਉਸ ਦੀ ਇਹ ਘੁੱਟਣ ਹੁਣ ਇੱਕ ਬਿਮਾਰੀ ਦਾ ਰੂਪ ਲੈਣ ਲੱਗੀ ਸੀ। ਉਹ ਹਰ ਸਮਾਂ ਬਿਮਾਰ ਰਹਿਣ ਲੱਗੀ, ਪਰ ਮੈਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ਭਾਵੇਂ ਮਰੇ, ਭਾਵੇਂ ਜੀਵੇ, ਭਾਵੇਂ ਬਿਮਾਰ ਰਹੇ, ਉਹ ਬਹੁਤ ਦੁੱਖ ਵਿੱਚ ਲੰਘ ਰਹੀ ਸੀ। ਇੱਕ ਰਾਤ ਦੀ ਗੱਲ ਹੈ, ਉਹ ਮੇਰੇ ਕੋਲ ਆਈ ਤੇ ਮੇਰੇ ਪੈਰਾਂ ਨੂੰ ਪਕੜ ਕਹਿਣ ਲੱਗੀ, ਰਵੀ ਮੈਨੂੰ ਪਤਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਤੁਹਾਡੀ ਤੇ ਮੇਰਾ ਵਿਆਹ ਮਜਬੂਰੀ ਹੈ। ਕੱਲ ਮੈਂ ਆਪਣੇ ਪੇਕੇ ਚੱਲੀ ਹਾਂ ਤੇ ਹੁਣ ਮੁੜ ਕੇ ਨਹੀਂ ਆਵਾਂਗੀ। ਬਸ ਇੱਕ ਮੇਰੀ ਖੁਆਇਸ਼ ਹੈ ਕਿ ਤੁਸੀਂ ਮੈਨੂੰ ਇੱਕ ਵਾਰੀ ਗਲੇ ਨਾਲ ਲਾ ਲਓ। ਤੁਸੀਂ ਭਾਵੇਂ ਮੈਨੂੰ ਆਪਣੀ ਪਤਨੀ ਨਹੀਂ ਮੰਨਦੇ, ਪਰ
ਮੈਂ ਤੁਹਾਨੂੰ ਦਿਲ ਤੋਂ ਆਪਣਾ ਪਤੀ ਮੰਨਦੀ ਹਾਂ। ਇੱਕ ਵਾਰ ਮੈਨੂੰ ਅੱਜ ਆਪਣਾ ਬਣਾ ਲਓ, ਉਹ ਇੰਜ ਕਹਿ ਰਹੀ ਸੀ। ਭਾਵੇਂ ਕਿਸੇ ਦਾ ਪੱਥਰ ਦਿਲ ਵੀ ਹੁੰਦਾ, ਉਹ ਵੀ ਪਿਘਲ ਜਾਂਦਾ। ਅਤੇ ਇੱਕ ਕਮਰੇ ਵਿੱਚ ਸੌਂਦੇ ਸੌਂਦੇ ਮੈਨੂੰ ਵੀ ਉਸ ਨਾਲ ਲਗਾਵ ਹੋ ਗਿਆ ਸੀ। ਇਸ ਲਈ ਮੈਂ ਉਸ ਦੀ ਖੁਆਇਸ਼ ਪੂਰੀ ਕਰ ਦਿੱਤੀ। ਅੱਜ ਮੈਂ ਉਸ ਨੂੰ ਗਲੇ ਨਾਲ ਲਗਾ ਲਿਆ। ਨੇਹਾ ਤੇ ਮੈਂ ਇੱਕ ਹੋ ਗਏ ਸੀ। ਅਗਲੀ ਸਵੇਰ ਜਦੋਂ ਸੌਂ ਕੇ ਉੱਠੇ ਤਾਂ ਮੈਂ ਉੱਠਣ 'ਚ ਲੇਟ ਹੋ ਗਿਆ ਸੀ ਤੇ ਨੇਹਾ ਕਮਰੇ ਵਿੱਚ ਨਹੀਂ ਸੀ। ਮੈਂ ਉੱਠਦੇ ਹੀ ਬੇਚੈਨ ਹੋ ਕੇ ਨੇਹਾ ਨੂੰ ਲੱਭਣ ਲੱਗਿਆ। ਮੈਂ ਬੜੀ ਬੇਚੈਨੀ ਨਾਲ ਮਾਂ ਤੋਂ ਨੇਹਾ ਬਾਰੇ ਪੁੱਛਿਆ। ਮਾਂ ਵੀ ਸ਼ਾਇਦ ਮੇਰੀ ਰੋਜ਼ ਦੀ ਖਿੱਚ ਤੋਂ ਪਰੇਸ਼ਾਨ ਹੋ ਚੁੱਕੀ ਸੀ ਕਿ ਮੈਂ ਨੇਹਾ ਨੂੰ ਪਸੰਦ ਨਹੀਂ ਕਰਦਾ। ਇਸ ਲਈ ਮਾਂ ਨੇ ਕਿਹਾ, ਅੱਜ ਤੈਨੂੰ ਨੇਹਾ ਦੀ ਬਹੁਤ ਫਿਕਰ ਹੋ ਰਹੀ ਹੈ, ਐਸੀ ਕੀ ਗੱਲ ਹੈ? ਮੈਂ ਗੱਲ ਟਾਲਦੇ ਹੋਏ ਕਿਹਾ, ਨਹੀਂ ਮਾਂ, ਅੱਜ ਉਹ ਦਿਖੀ ਨਹੀਂ ਤਾਂ ਮੈਂ ਵੈਸੇ ਪੁੱਛ ਰਿਹਾ ਸੀ। ਮਾਂ ਨੇ ਕਿਹਾ, ਉਸ ਨੂੰ ਇੱਥੇ ਆਈ ਨੂੰ ਬਹੁਤ ਦਿਨ ਹੋ ਗਏ ਸੀ ਤੇ ਉਸ ਦੀ ਤਬੀਅਤ ਸਹੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਮਾਂ ਨੂੰ ਮਿਲਣ ਜਾਣ ਦੀ ਗੱਲ ਕਹੀ ਤਾਂ ਮੈਂ ਉਸ ਨੂੰ ਉਸ ਦੇ ਪੇਕੇ ਭੇਜ ਦਿੱਤਾ। ਨੇਹਾ ਦੇ ਪੇਕੇ ਜਾਣ ਦੀ ਗੱਲ ਸੁਣ ਮੈਨੂੰ ਥੋੜਾ ਸਕੂਨ ਮਿਲਿਆ ਕਿ ਪੇਕੇ ਹੀ ਤਾਂ ਗਈ ਹੈ, 1-2 ਦਿਨ ਵਿੱਚ ਵਾਪਸ ਆ ਜਾਵੇਗੀ, ਕਿਉਂਕਿ ਹੁਣ ਮੈਨੂੰ ਵੀ ਨੇਹਾ ਨਾਲ ਹੌਲੀ ਪਿਆਰ ਹੋ ਰਿਹਾ ਸੀ। ਨੇਹਾ ਨੂੰ ਪੇਕੇ ਗਏ ਹਾਲੇ 2-3 ਦਿਨ ਹੀ ਹੋਏ ਸੀ ਤਾਂ ਉਸ ਦੀ ਮਾਂ ਦਾ ਫੋਨ ਆਇਆ। ਉਹ ਬਹੁਤ ਘਬਰਾਈ ਹੋਈ ਸੀ ਤੇ ਰੋਂਦੇ ਹੋਏ ਉਸਨੇ ਕਿਹਾ ਕਿ ਬੇਟਾ ਜਲਦੀ ਆ ਜਾਓ, ਨੇਹਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਇਹ ਸੁਣਦੇ ਹੀ ਮੈਂ ਜਲਦੀ ਤਿਆਰ ਹੋ ਨੇਹਾ ਦੇ ਪੇਕੇ ਗਿਆ। ਜਦੋਂ ਤੱਕ ਮੈਂ ਉੱਥੇ ਪਹੁੰਚਿਆ, ਨੇਹਾ ਦਮ ਤੋੜ ਚੁੱਕੀ ਸੀ। ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸੀ। ਮੈਂ ਬਹੁਤ ਰੋ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਪਹਿਲਾਂ ਮੈਂ ਨੇਹਾ ਨੂੰ ਪਸੰਦ ਨਹੀਂ ਕਰਦਾ ਸੀ ਤੇ ਜਦੋਂ ਪਸੰਦ ਕਰਨ ਲੱਗਿਆ ਤਾਂ ਮੈਨੂੰ ਛੱਡ ਕੇ ਚਲੀ ਗਈ। ਮੈਨੂੰ ਉਸ ਦੀ ਮੌਤ ਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਜਲਦੀ ਡਾਕਟਰ ਨੂੰ ਫੋਨ ਕੀਤਾ ਤੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਨੇਹਾ ਦਾ ਚੈੱਕਅਪ ਕੀਤਾ। ਡਾਕਟਰ ਨੇ ਦੱਸਿਆ ਨੇਹਾ ਨੂੰ ਦਿਲ ਦੀ ਬਿਮਾਰੀ ਹੋ ਗਈ ਸੀ। ਮੈਂ ਨੇਹਾ ਦੀ ਮਾਂ ਨੂੰ ਕਿਹਾ, ਨੇਹਾ ਮੇਰੀ ਧਰਮ ਪਤਨੀ ਸੀ, ਮੈਂ ਉਸ ਦਾ ਅੰਤਿਮ ਸੰਸਕਾਰ ਆਪਣੇ ਘਰ ਕਰਾਂਗਾ। ਇਸ ਕਰਕੇ ਮੈਂ ਨੇਹਾ ਨੂੰ ਆਪਣੇ ਘਰ ਲੈ ਕੇ ਆਉਣ ਲੱਗਿਆ। ਆਉਂਦੇ ਸਮੇਂ ਨੇਹਾ ਦੀ ਮਾਂ ਨੇ ਮੈਨੂੰ ਇੱਕ ਚਿੱਠੀ ਦਿੱਤੀ ਜੋ ਨੇਹਾ ਨੇ ਲਿਖੀ ਸੀ। ਸ਼ਾਇਦ ਨੇਹਾ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਕੁਝ ਦਿਨਾਂ ਦੀ ਮਹਿਮਾਨ ਹੈ, ਇਸ ਲਈ ਉਸਨੇ ਮੇਰੇ ਵਾਸਤੇ ਇਹ ਚਿੱਠੀ ਲਿਖੀ ਸੀ ਤੇ ਮਰਦੇ ਸਮੇਂ ਨੇਹਾ ਨੇ ਉਹ ਚਿੱਠੀ ਆਪਣੀ ਮਾਂ ਨੂੰ ਦਿੱਤੀ ਸੀ ਕਿ ਉਸ ਦੀ ਮਾਂ ਮੈਨੂੰ ਇਹ ਚਿੱਠੀ ਦੇ ਦੇਵੇ। ਨੇਹਾ ਤੇ ਚਿੱਠੀ ਦੋਨੋਂ ਘਰ ਲੈ ਆਇਆ ਤੇ ਨੇਹਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਹ ਮੈਂ ਚਿੱਠੀ ਖੋਲੀ ਤੇ ਪੜ੍ਹਨ ਲੱਗਿਆ। ਉਸ ਚਿੱਠੀ ਵਿੱਚ ਲਿਖਿਆ ਸੀ, ਰਵੀ ਜੀ, ਭਾਵੇਂ ਵਿਆਹ ਆਪਣੀ ਇੱਕ ਮਜਬੂਰੀ ਸੀ, ਤੁਹਾਡੇ ਘਰ ਆਉਣ ਤੋਂ ਬਾਅਦ ਮੈਨੂੰ ਹੌਲੀ ਸਭ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਸੇ ਹੋਰ ਨੂੰ ਪਿਆਰ ਕਰਦੇ ਹੋ। ਮੇਰੇ ਨਾਲ ਵਿਆਹ ਸਿਰਫ ਮੇਰੇ ਤੇ ਮੇਰੇ ਘਰ ਦੀ ਇੱਜ਼ਤ ਬਚਾਉਣ ਲਈ ਕੀਤਾ। ਇਹ ਸਭ ਜਦੋਂ ਪਤਾ ਲੱਗਿਆ ਤਾਂ ਮੇਰੇ ਦਿਲ ਵਿੱਚ ਤੁਹਾਡੀ ਜਗ੍ਹਾ ਹੋਰ ਬਣ ਗਈ ਸੀ, ਕਿਉਂਕਿ ਮੇਰੀ ਤੇ ਮੇਰੇ ਘਰ ਦੀ ਇੱਜ਼ਤ ਬਚਾਉਣ ਲਈ ਤੁਸੀਂ ਆਪਣੇ ਪਿਆਰ ਤੱਕ ਦੀ ਕੁਰਬਾਨੀ ਦੇ ਦਿੱਤੀ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਤੁਸੀਂ ਮੈਨੂੰ ਪਿਆਰ ਕਰੋ ਜਾਂ ਨਾ ਕਰੋ, ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਉਸ ਰਾਤ ਲਈ ਧੰਨਵਾਦ ਜਦੋਂ ਤੁਸੀਂ ਮੈਨੂੰ ਆਪਣਾ ਬਣਾਇਆ ਸੀ। ਭਾਵੇਂ ਉਹ ਰਾਤ ਮੇਰੀ ਤੁਹਾਡੇ ਨਾਲ ਆਖਰੀ ਰਾਤ ਸੀ, ਪਰ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਰਾਤ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਵੀ ਮੈਨੂੰ ਹੌਲੀ ਪਿਆਰ ਕਰਨ ਲੱਗ ਜਾਓਗੇ, ਕਿਉਂਕਿ ਤੁਸੀਂ ਦਿਲ ਦੇ ਬਹੁਤ ਵਧੀਆ ਇਨਸਾਨ ਹੋ। ਪਰ ਲੱਗਦਾ ਹੈ ਕਿ ਇਹ ਬਿਮਾਰੀ ਮੈਨੂੰ ਮਾਰ ਦੇਵੇਗੀ। ਚਿੱਠੀ ਖਤਮ ਕਰਦੇ ਇਹ ਹੀ ਕਹਿਣਾ ਚਾਹੁੰਦੀ ਹਾਂ, ਜੇ ਰੇਖਾ ਦੀਦੀ ਦਾ ਵਿਆਹ ਹਾਲੇ ਤੱਕ ਨਹੀਂ ਹੋਇਆ ਤਾਂ ਤੁਸੀਂ ਦੂਜਾ ਵਿਆਹ ਉਸ ਨਾਲ ਕਰਾ ਲਓ। ਜੇਕਰ ਰੇਖਾ ਵਿਆਹ ਲਈ ਨਾ ਮੰਨੇ ਤਾਂ ਇਹ ਚਿੱਠੀ ਦਿਖਾ ਦੇਣਾ। ਇਹ ਚਿੱਠੀ ਦੇਖਣ ਤੋਂ ਬਾਅਦ ਉਹਨਾਂ ਦਾ ਦਿਲ ਪਿਘਲ ਜਾਵੇਗਾ। ਹੁਣ ਇਹ ਚਿੱਠੀ ਮੈਂ ਇੱਥੇ ਖਤਮ ਕਰਦੀ ਹਾਂ। ਤੁਹਾਡੀ ਨੇਹਾ। ਇਹ ਚਿੱਠੀ ਪੜ੍ਹਨ ਤੋਂ ਬਾਅਦ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਰੁਕ ਰਹੇ ਸੀ। ਮੈਂ ਜਲਦੀ ਰੇਖਾ ਘਰ ਚਲਾ ਗਿਆ। ਰੇਖਾ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸੀ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਕੁਝ ਨਹੀਂ ਬੋਲਿਆ, ਬਸ ਉਹ ਚਿੱਠੀ ਰੇਖਾ ਅੱਗੇ ਰੱਖ ਦਿੱਤੀ। ਉਹ ਚਿੱਠੀ ਪੜ੍ਹਨ ਤੋਂ ਬਾਅਦ ਰੇਖਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਉਹਨੇ ਮੈਨੂੰ ਆਪਣੇ ਗਲ ਨਾਲ ਲਗਾਉਂਦੇ ਹੋਏ ਕਿਹਾ, ਰਵੀ, ਸੱਚੀ ਤੁਸੀਂ ਇੱਕ ਵਧੀਆ ਇਨਸਾਨ ਹੋ। ਤੁਸੀਂ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਇਹ ਤਾਂ ਵਕਤ ਨੇ ਤੁਹਾਨੂੰ ਬੁਰਾ ਬਣਨ ਤੇ ਮਜਬੂਰ ਕਰ ਦਿੱਤਾ ਸੀ। ਥੋੜੇ ਦਿਨਾਂ ਬਾਅਦ ਮੇਰਾ ਤੇ ਰੇਖਾ ਦਾ ਵਿਆਹ ਹੋ ਗਿਆ ਸੀ। ਅੱਜ ਮੈਂ ਰੇਖਾ ਨਾਲ ਬਹੁਤ ਖੁਸ਼ ਹਾਂ, ਪਰ ਨੇਹਾ ਦੀਆਂ ਯਾਦਾਂ ਮੇਰੇ ਦਿਲ ਵਿੱਚ ਹਮੇਸ਼ਾ ਲਈ ਜਗ੍ਹਾ ਬਣਾ ਗਈਆਂ। ਮੈਂ ਨੇਹਾ ਨੂੰ ਕਦੇ
ਵੀ ਭੁੱਲ ਨਹੀਂ ਸਕਦਾ। ਦੋਸਤੋ ਇਹ ਸੀ ਕਹਾਣੀ, ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਨਵੀਂ ਕਹਾਣੀ ਵਿੱਚ।